मेरे वालों सारिਆਂ ਨੂੰ प्यार भरी सत श्री अकाल। ਅੱਜ ਜਿਹੜਾ ਆਪਣਾ ਗੱਲਬਾਤ ਦਾ ਵਿਸ਼ਾ ਉਹ ਹੈਗਾ ਸਾਡੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਦੀ ਦਿੱਲੀ ਹੱਥੋਂ ਹੋਈ ਬੇਇੱਜ਼ਤੀ। ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕੱਲ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਮਿਲਣ ਲਈ ਗਏ, ਬਟ ਉਹਨਾਂ ਨੇ ਉਹਨਾਂ ਦੀ ਬੜੀ ਬੇਇੱਜ਼ਤੀ ਕੀਤੀ। ਉਹਨਾਂ ਨੇ ਉਹਨਾਂ ਨੂੰ ਮਿਲਣ ਦਾ ਟਾਈਮ ਨਹੀਂ ਦਿੱਤਾ ਤੇ ਉਹ ਜਲਾਲਤ ਭਰੀ ਬੇਇੱਜ਼ਤੀ ਕਰਵਾ ਕੇ ਵਾਪਸ ਆ ਗਏ। ਹੁਣ ਤੁਸੀਂ ਦੇਖੋ ਕਿੱਥੇ ਸਾਡੀ ਇਹੋ ਜਿਹੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਜਿਹੜੀ ਬਾਕੀਆਂ ਨੂੰ ਸੇਧ ਦਿੰਦੀ ਸੀ, ਅੱਜ ਉਹਨਾਂ ਦੇ ਪ੍ਰਧਾਨ ਦੀ ਬੇਇੱਜ਼ਤੀ ਹੋ ਕੇ ਉਹ ਵਾਪਸ ਆਉਂਦੇ ਨੇ। ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਬਿਆਨ ਦਿੰਦੇ ਨੇ ਕਿ ਬੜਾ ਮੰਦਭਾਗਾ ਦਿਨ ਰਿਹਾ ਇਹ ਜਿੱਥੇ ਇਸ ਤਰ੍ਹਾਂ ਕੌਮ ਦੀ ਬੇਇੱਜ਼ਤੀ ਹੋਈ ਆ। ਪਰ ਅਫਸੋਸ ਇਸ ਗੱਲ ਦਾ ਹੋਇਆ ਕਿ ਇਹ ਕਿਸੇ ਪਾਰਟੀ ਦੀ ਬੇਇੱਜ਼ਤੀ ਨਹੀਂ ਹੋਈ ਹੈਗੀ, ਇਹ ਸਾਡੀ ਸਿਰਮੌਰ ਸੰਸਥਾ ਦੀ ਬੇਇੱਜ਼ਤੀ ਹੋਈ ਆ। ਆਪਾਂ ਛੋਟੇ ਮੁੱਦਿਆਂ 'ਤੇ ਕਿਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਆਪਾਂ ਭਰ ਦਿੰਦੇ ਹਾਂ, ਸਾਰੀ ਸੋਸ਼ਲ ਮੀਡੀਆ ਫੇਸਬੁੱਕ ਭਰ ਦਿੰਦੇ ਹਾਂ ਕਿ ਆਹ ਹੋ ਗਿਆ, ਕਈ ਆਪਾਂ ਫਾਲਤੂ ਸਿੰਘ ਫਸਾ ਲੈਂਦੇ ਹਾਂ, ਕਿਸੇ ਛੋਟੇ ਜਿਹੇ ਮੁੱਦੇ 'ਤੇ ਆਪਾਂ ਸਿੰਘ ਫਸਾ ਲੈਂਦੇ ਹਾਂ ਆਪਸ ਵਿੱਚ। ਬਟ ਇੱਥੇ ਆਪਾਂ ਇਸ ਚੀਜ਼ ਤੋਂ ਪੱਲਾ ਝਾੜ ਲਿਆ ਕਿ ਇਹਦੇ 'ਤੇ ਤਾਂ ਅੱਜ ਕੋਈ ਰਾਜਨੀਤਿਕ ਧਿਰ ਕਾਬਜ਼ ਹੋਊਗੀ, ਰਾਜਨੀਤਿਕ ਧਿਰ ਕਾਬਜ਼ ਹੋਊਗੀ, ਕੱਲ੍ਹ ਨੂੰ ਕੋਈ ਹੋਰ ਧਿਰ ਕਾਬਜ਼ ਹੋ ਜੂਗੀ। ਪਰ ਇਹ ਤਾਂ ਸਿੱਖ ਕੌਮ ਦੀ ਸਿਰਮੌਰ ਸੰਸਥਾ, ਇਸ ਲਈ ਇਹ ਇਕੱਲੇ ਉਹਨਾਂ ਦੀ ਬੇਇੱਜ਼ਤੀ ਨਹੀਂ ਹੋਈ ਜਾਂ ਇਹ ਧਾਮੀ ਸਾਹਿਬ ਦੀ ਬੇਇੱਜ਼ਤੀ ਨਹੀਂ ਹੋਈ, ਇਹ ਪੂਰੀ ਸਿੱਖ ਕੌਮ ਦੀ ਬੇਇੱਜ਼ਤੀ ਹੋਈ ਆ। ਇਸ ਦੇ ਨਾਲ ਤਾਂ ਸਾਡੀ ਸਿੱਖ ਕੌਮ ਦੇ ਵਿੱਚ ਤਰਥੱਲੀ ਮਚ ਜਾਣੀ ਚਾਹੀਦੀ ਸੀ। ਤੁਸੀਂ ਆਪ ਸੋਚੋ, ਜੇਕਰ ਕਿਸੇ ਪੋਪ ਦੀ ਵੀ ਇਸ ਤਰ੍ਹਾਂ ਬੇਇੱਜ਼ਤੀ ਹੋਵੇ ਜਾਂ ਸ਼ੰਕਰ ਆਚਾਰੀਆ ਦੀ ਇਸ ਤਰ੍ਹਾਂ ਬੇਇੱਜ਼ਤੀ ਹੁੰਦੀ ਤਾਂ ਕੀ ਉਹ ਲੋਕ ਚੁੱਪ ਬੈਠ ਜਾਂਦੇ? ਪਰ ਸਾਡੇ ਲੋਕ ਅੱਜ ਚੁੱਪ ਬੈਠੇ ਨੇ। ਕੀ ਗੱਲ, ਸਾਡੇ ਲੋਕ ਹੁਣ ਖੱਸੀ ਹੋ ਚੁੱਕੇ ਨੇ? ਬਾਕੀ ਜੇਕਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਨਾ, ਤਾਂ ਉਹਨਾਂ ਨੂੰ ਬੈਠ ਜਾਣਾ ਚਾਹੀਦਾ, ਘਰ ਅਸਤੀਫਾ ਦੇ ਕੇ ਘਰ ਬੈਠ ਜਾਣਾ ਚਾਹੀਦਾ, ਬਾਕੀਆਂ ਨੂੰ ਅੱਗੇ ਆਉਣ ਦੇਣਾ ਚਾਹੀਦਾ। ਇਹ ਗੱਲ ਮੈਂ ਇਸ ਕਰਕੇ ਕਹਿ ਰਹੀ ਹਾਂ ਕਿਉਂਕਿ ਜਥੇਦਾਰ ਸਾਹਿਬ ਨੇ 6 ਜੂਨ 'ਤੇ ਵੀ ਇੱਕ ਬਿਆਨ ਦਿੱਤਾ ਸੀਗਾ ਕਿ ਹਰ ਸਿੱਖ ਕੋਲ ਆਧੁਨਿਕ ਹਥਿਆਰ ਹੋਣਾ ਚਾਹੀਦਾ ਔਰ ਅਸੀਂ ਇਹਦੇ ਲਈ ਖੁੱਲ੍ਹੇਆਮ ਸਿਖਲਾਈ ਦੇਵਾਂਗੇ। ਮੈਨੂੰ ਤਾਂ ਅਜੇ ਤੱਕ ਦਿਖਿਆ ਨਹੀਂ ਕੋਈ ਵੀ ਕਿ ਸ਼ੂਟਿੰਗ ਰੇਂਜ ਖੁੱਲ੍ਹ ਗਈ ਹੋਵੇ, ਕਿ ਸਿਖਲਾਈ ਸ਼ੁਰੂ ਹੋ ਗਈ ਹੋਵੇ। ਅਸੀਂ ਬਿਆਨਬਾਜ਼ੀ ਤੱਕ ਤਾਂ ਨਹੀਂ ਸੀਮਤ ਰਹਿਣਾ। ਹੁਣ ਧਾਮੀ ਸਾਹਿਬ ਨੇ ਵੀ ਬਿਆਨ ਦਿੱਤਾ ਕਿ ਅਸੀਂ ਜਿੰਨੇ ਵੀ ਸਾਡੇ ਸਕੂਲ ਨੇ ਜਾਂ ਕਾਲਜ ਨੇ ਜਾਂ ਗੁਰੂ ਘਰ ਨੇ, ਉਹਨਾਂ ਦੇ ਅੱਗੇ ਅਸੀਂ ਇਸ ਚੀਜ਼ ਲਈ ਪੋਸਟਰ ਲਗਾਵਾਂਗੇ ਬੰਦੀ ਸਿੰਘਾਂ ਦੀ ਰਿਹਾਈ ਲਈ। ਪਰ ਇਹ ਤਾਂ ਰਾਤੋਂ ਰਾਤ ਲੱਗ ਜਾਣੇ ਚਾਹੀਦੇ ਸੀ, ਇਹ ਕੋਈ ਵੱਡੀ ਗੱਲ ਤਾਂ ਹੈ ਨਹੀਂ, ਕਿਉਂਕਿ ਸਾਡਾ ਤਾਂ ਖੂਨ ਖੋਲ੍ਹਣਾ ਚਾਹੀਦਾ ਸੀ ਇਸ ਗੱਲ 'ਤੇ ਕਿ ਸਾਡੀ ਇੰਨੀ ਜਲਾਲਤ ਹੋਈ ਆ। ਪਰ ਅਸੀਂ ਬਿਆਨਾਂ ਤੱਕ ਹੀ ਸੀਮਤ ਰਹਿੰਦੇ ਹਾਂ। ਬਾਕੀ ਮੇਰੀ ਇਹ ਬਾਕੀਆਂ ਨੂੰ ਵੀ ਅਪੀਲ ਆ ਕਿ ਇਹ ਨਾ ਮੰਨੋ ਕਿ ਅੱਜ ਕਿਸੇ ਇੱਕ ਧਿਰ ਦਾ ਇੱਥੇ ਕਬਜ਼ਾ। ਤੁਸੀਂ ਇਹ ਸੋਚ ਕੇ ਅੱਗੇ ਆਓ, ਹਰ ਸਿੱਖ ਨੂੰ ਅੱਗੇ ਆਉਣਾ ਚਾਹੀਦਾ ਕਿ ਸਾਡੀ ਸਿਰਮੌਰ ਸੰਸਥਾ ਦੀ ਬੇਇੱਜ਼ਤੀ ਹੋਈ ਆ। ਬਾਕੀ ਉਸ ਪਾਰਟੀ ਨੂੰ ਵੀ ਅਪੀਲ ਆ ਜਿਹੜੇ ਜਾ ਕੇ ਹੁਣ ਬੰਦੀ ਸਿੰਘਾਂ ਦੇ ਲਈ ਉੱਥੇ ਅਮਿਤ ਸ਼ਾਹ ਦੇ ਅੱਗੇ ਗੜਗੜਾਉਂਦੇ ਨੇ। ਜਦੋਂ ਉਹ ਤੇ ਸੱਤਾ ਵਿੱਚ ਸੀ ਉਦੋਂ ਤਾਂ ਕੁਛ ਨਹੀਂ ਕੀਤਾ, ਹੁਣ ਤੁਸੀਂ ਗਿੜਗੜਾ ਕੇ ਇਸ ਤਰ੍ਹਾਂ ਬੰਦੀ ਸਿੰਘਾਂ ਦੀ ਵੀ ਤੁਸੀਂ ਬੇਇੱਜ਼ਤੀ ਕਰਵਾ ਰਹੇ ਹੋ। ਆਪਣਾ ਤਾਂ ਤੁਸੀਂ ਜਲੂਸ ਕਢਾਉਣਾ ਹੀ ਕਢਾਉਣਾ, ਬਟ ਤੁਸੀਂ ਉਹਨਾਂ ਦਾ ਜਲੂਸ ਵੀ ਕਢਾ ਰਹੇ ਹੋ। ਉਹ ਤਾਂ ਅੰਦਰ ਬੈਠੇ ਨੇ, ਹੁਣ ਤੱਕ ਦੇ ਬੈਠੇ ਨੇ, ਉਹ ਤਾਂ ਅਣਖ ਦੇ ਨਾਲ ਹੋਰ ਬੈਠ ਜਾਣਗੇ। ਬਾਕੀ ਇੱਕ ਗੱਲ ਯਾਦ ਰੱਖੋ, ਇਹ ਨੀਤੀ ਇਸ ਜਾਬਰ ਹੁਕੂਮਤ ਨੇ ਅੰਗਰੇਜ਼ ਕੋਲੋਂ ਸਿੱਖੀ ਆ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਗਦਰੀ ਬਾਬਿਆਂ ਨੂੰ ਕਾਲੇ ਪਾਣੀ ਜਦੋਂ ਭੇਜਿਆ ਗਿਆ ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋਈਆਂ, ਬਟ ਉਹਨਾਂ ਨੂੰ ਵਾਪਸ ਨਹੀਂ ਲਿਆਂਦਾ ਗਿਆ। ਜੇਕਰ ਲਿਆਂਦਾ ਗਿਆ ਤਾਂ ਪੰਜਾਬ ਤੋਂ ਬਾਹਰ ਦੀਆਂ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ। ਪੰਜਾਬ ਉਹਨਾਂ ਨੂੰ ਕਦੋਂ ਲਿਆਂਦਾ ਗਿਆ? ਜਦੋਂ ਉਹ ਬਜ਼ੁਰਗ ਹੋ ਗਏ, ਜਦੋਂ ਮਤਲਬ ਇੱਕ ਤੜਕਾ ਹੀ ਸੜ ਗਿਆ, ਮਤਲਬ ਨੌਜਵਾਨ ਪੀੜ੍ਹੀ ਹੋਰ ਆ ਗਈ, ਹੋਰ ਲੀਡਰਸ਼ਿਪ ਆ ਗਈ ਅੱਗੇ, ਫਿਰ ਉਹਨਾਂ ਨੂੰ ਕਿਹਨੇ ਅੱਗੇ ਲੈ ਕੇ ਆਉਣਾ ਸੀ? ਹੁਣ ਵੀ ਆਪਣੀ ਅਕਲ ਨੂੰ ਹੱਥ ਮਾਰੋ। ਜਿਹੜੇ ਸਾਡੇ ਯੋਧਿਆਂ ਨੇ ਕੌਮ ਲਈ ਕੁਛ ਕੀਤਾ ਹੋਇਆ, ਆਪਣੇ ਹੱਡੀ ਹੰਡਾਇਆ ਹੋਇਆ, ਉਹਨਾਂ ਨੂੰ ਅੱਗੇ ਲੈ ਕੇ ਆਓ। ਜਿਸ ਤਰ੍ਹਾਂ ਕਿ ਸਾਡੇ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਜੀ ਨੇ, ਉਹਨਾਂ ਤੋਂ ਆਪਾਂ ਸੇਧ ਲਵੋ। ਹਾਲਾਂਕਿ ਉਹ ਆਪਣੇ ਹਿੱਸੇ ਦਾ ਕੰਮ ਕਰ ਚੁੱਕੇ ਨੇ, ਉਹ ਨਿੱਜ ਲਈ ਨਹੀਂ, ਉਹ ਕੌਮ ਲਈ ਆਪਣਾ ਕੰਮ ਕਰ ਚੁੱਕੇ ਨੇ।
ਬਟ ਅਸੀਂ ਉਹਨਾਂ ਤੋਂ ਕਿਉਂ ਨਹੀਂ ਸੇਧ ਲੈ ਕੇ ਆਉਂਦੇ? ਅਸੀਂ ਕਿਉਂ ਹੋਰ ਲੀਡਰਾਂ ਨੂੰ ਅੱਗੇ ਲੈ ਕੇ ਆਉਂਦੇ ਆ? ਉਹਨਾਂ ਨੂੰ ਅੱਗੇ ਲੈ ਕੇ ਆਓ। ਸਾਡੇ ਹਾਈਜੈਕਰ ਗਜਿੰਦਰ ਸਿੰਘ ਜੀ ਬੈਠੇ ਨੇ, ਉਹਨਾਂ ਤੋਂ ਅਸੀਂ ਸਲਾਹ ਲੈ ਸਕਦੇ ਹਾਂ। ਦੋ ਭਰਾ ਜਦੋਂ ਬੈਠ ਕੇ ਸਲਾਹ ਕਰਦੇ ਨੇ ਤਾਂ ਇਹਦੇ ਵਿੱਚ ਕੋਈ ਬੇਇੱਜ਼ਤੀ ਵਾਲੀ ਗੱਲ ਨਹੀਂ ਹੁੰਦੀ। ਤੁਸੀਂ ਆਪਣੀ ਈਗੋ ਦੇ ਲਈ ਸਾਡੀ ਕੌਮ ਨਾਲ ਧੋਖਾ ਨਾ ਕਮਾਓ, ਸਾਡੀ ਕੌਮ ਨਾਲ ਧਰੋ ਨਾ ਕਮਾਓ। ਸਾਡੇ ਆਉਣ ਵਾਲੇ ਬੱਚਿਆਂ ਨੇ ਇਹਨਾਂ ਇਤਿਹਾਸਾਂ ਤੋਂ ਹੀ ਸੇਧ ਲੈ ਕੇ ਅਣਖ ਨਾਲ ਜੀਣਾ। ਪਰ ਜਦ ਸਾਡੇ ਇਤਿਹਾਸ ਵਿੱਚ ਇਹ ਗੱਲ ਲਿਖੀ ਗਈ ਆ ਕਿ ਅਸੀਂ ਦਿੱਲੀ ਤੋਂ ਦਰਕਾਰ ਕੇ ਵਾਪਸ ਆ ਚੁੱਕੇ ਹਾਂ ਤੇ ਉਸ ਤੋਂ ਬਾਅਦ ਅਸੀਂ ਬਿਆਨਬਾਜ਼ੀ ਕਰ ਰਹੇ ਹਾਂ, ਅੱਗੇ ਕੁਛ ਨਹੀਂ ਕਰ ਰਹੇ, ਤਾਂ ਸਾਡੀ ਆਉਣ ਵਾਲੀ ਪੀੜ੍ਹੀ ਦੀ ਅਣਖ ਕਿੱਥੇ ਜਾਊਗੀ ਬਈ? ਅਸੀਂ ਕਿਉਂ ਭੁੱਲਦੇ ਹਾਂ? ਸਾਡੇ ਦੋ ਸਿੱਖਾਂ ਨੇ, ਭਾਈ ਬੋਤਾ ਸਿੰਘ, ਗਰਜਾ ਸਿੰਘ ਨੇ ਕੀ ਕਹਿਰ ਕਮਾਤੇ ਸੀ। ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਜੀ ਨੇ ਕੀ ਕਹਿਰ ਕਮਾਤੇ ਸੀ। ਪਰ ਅਸੀਂ ਤਾਂ ਬੈਠੇ ਹਾਂ। ਹੁਣ ਤਾਂ ਅਸੀਂ ਬਹੁਤ ਆ, ਜਦ ਤੱਕ ਮੁੱਠੀ ਭਰ ਸਿੰਘ ਸੀਗੇ। ਹੁਣ ਕਿਉਂ ਨਹੀਂ ਅਸੀਂ ਕੁਛ ਕਰ ਰਹੇ? ਅਸੀਂ ਕਿਉਂ ਫੋਕੀ ਬਿਆਨਬਾਜ਼ੀ ਤੱਕ ਸੀਮਤ ਰਹਿ ਗਏ ਹਾਂ? ਆਪਣੀ ਕੌਮ ਨੂੰ ਬਚਾਉਣ ਲਈ, ਆਪਣੀ ਸਿੱਖ ਕੌਮ ਦੀ ਅਣਖ ਨੂੰ ਬਰਕਰਾਰ ਰੱਖਣ ਲਈ, ਪਰ ਅਸੀਂ ਚੁੱਪਚਾਪ ਬੈਠੇ ਹਾਂ। ਸੋ ਮੇਰੀ ਹਰ ਇੱਕ ਸਿੱਖ ਨੂੰ ਅਪੀਲ ਆ ਕਿ ਇਸ ਮਾਮਲੇ 'ਚ ਅੱਗੇ ਆਓ। ਆਪਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਵੀ ਇਹ ਕਹੀਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰੋ। ਕੌਮ ਨੂੰ ਸੰਦੇਸ਼ ਦੇਵੋ, ਇਹ ਕਹੋ ਕਿ ਕੌਮ ਅੱਗੇ ਆਵੇ, ਇਹਨਾਂ ਦਾ ਘਰਾਓ ਕਰੇ ਜਿਨ੍ਹਾਂ ਨੇ ਸਾਡੀ ਸਿਰਮੌਰ ਸੰਸਥਾ ਦੇ ਪ੍ਰਧਾਨ ਦੀ ਬੇਇੱਜ਼ਤੀ ਕਰਕੇ ਉਹਨਾਂ ਨੂੰ ਵਾਪਸ ਭੇਜਿਆ। ਜੇ ਬਾਕੀ ਕੌਮ ਨੇ ਕਿਹਦੇ ਵੱਲ ਦੇਖਣਾ? ਸਿੱਖ ਕੌਮ ਨੇ ਕਿਹਦੇ ਵੱਲ ਦੇਖਣਾ? ਰਾਜਨੀਤਿਕ ਪਾਰਟੀਆਂ ਵੱਲ ਨਹੀਂ ਦੇਖਣਾ। ਇੱਥੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਹੀ ਦੇਖਣਾ। ਅਕਾਲ ਤਖਤ ਸਾਹਿਬ ਦੀ ਸਥਾਪਨਾ ਹੀ ਇਸੇ ਕਰਕੇ ਹੋਈ ਸੀ। ਸੋ ਇਹ ਗੱਲ ਨਾ ਭੁੱਲਿਆ ਕਰੋ। ਬਾਕੀ ਮੇਰੀ ਅੱਜ ਤੁਹਾਡੇ ਨਾਲ ਇਹੀ ਵਿਚਾਰਾਂ ਕਰਨੀਆਂ ਸੀ, ਆਪਾਂ ਇਹੀ ਸਾਂਝ ਪਾਉਣੀ ਸੀ ਵਿਚਾਰਾਂ ਦੀ, ਕਿਉਂਕਿ ਬਹੁਤ ਦੁੱਖ ਹੋਇਆ ਇਸ ਗੱਲ ਤੋਂ ਕਿ ਸਾਡੀ ਸਿਰਮੌਰ ਸੰਸਥਾ ਦੀ ਬੜੀ ਬੇਇੱਜ਼ਤੀ ਹੋਈ ਆ। ਇੱਕ ਇਨਸਾਨ ਦੀ ਬੇਇੱਜ਼ਤੀ ਨਹੀਂ ਅਸੀਂ ਇਹਨੂੰ ਸਮਝਦੇ, ਸਾਡੀ ਪੂਰੀ ਸਿੱਖ ਕੌਮ ਦੀ ਬੇਇੱਜ਼ਤੀ ਹੋਈ ਆ। ਇਹਦੇ ਵਿੱਚ ਸਾਡੇ ਸਿੱਖ ਕੌਮ ਦੇ ਬੁੱਧੀਜੀਵੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ। ਬਾਕੀ ਵੀ ਜੋ ਵੀ ਸਾਡੇ ਸਿੱਖ ਕੌਮ ਦੇ ਨੁਮਾਇੰਦੇ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਇਸ ਗੱਲ ਲਈ। ਔਰ ਇਸ ਜਿਹੜੀ ਸੱਤਾਧਾਰੀ ਪਾਰਟੀ ਜਿਹੜੀ ਸਾਡੇ ਤੇ ਬੈਠ ਗਈ, ਅਜਗਰ ਬਣ ਕੇ ਬੈਠ ਗਈ ਹੈ ਸਾਡੇ ਤੇ, ਇਹ ਸਾਡਾ ਦਿਨੋਂ ਦਿਨ ਸਾਹ ਘੁੱਟਦੀ ਜਾ ਰਹੀ ਆ, ਜਿਹੜਾ ਸਾਨੂੰ ਅਜੇ ਮਾਲੂਮ ਨਹੀਂ ਹੋ ਰਿਹਾ। ਔਰ ਬਾਅਦ ਵਿੱਚ ਸਾਨੂੰ ਪਤਾ ਲੱਗਣਾ ਕਿ ਹਾਂ ਇਹਨੇ ਸਾਡੇ ਨਾਲ ਕੀ ਕਰਤਾ, ਜਦੋਂ ਅਸੀਂ ਬੁਰੀ ਤਰ੍ਹਾਂ ਨਿਚੋੜੇ ਜਾਣਾ। ਸੋ ਪਲੀਜ਼ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦਿਓ। ਸੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।